मत दा वाधा करिए। राजनीतिक पार्टियां वाले भी अपनी पार्टी विच वाधा करके ते खुशी मनाउंदे आ। इसे तरह ईसाई मत वाले किसी नूं ईसाई बना करके ते अपने मत विच वाधा करके ते खुशी मनाउंदे आ। मुसलमानी मत वाले किसी दूजे धर्म दे मनुख नूं अपने धर्म विच मिला करके ते बहुत वो खुशी मनाउंदे कि साडे ते बहुत अल्लाह ताला दी रहमत होई है। पर ये वाधा नहीं, ये एक कलंक है। साडे नाल एक सिंह रहिंदा हुंदा सी, वो रहत भी पूरी रखदा सी ते गुरबाणी भी बड़ी पढ़दा सी। परमेश्वर दी देव नेत दे नाल गुरमुखो जिथे जीव दा दाना पानी लिखिया हर हाल तो उन्होंने उत्थे जाना पैंदा है। बंदा जतन करके नहीं जाता, उस प्राणा धारी जीव नूं बंदे दा रिजक उत्थे जाण वास्ते मजबूर कर दिंदा है। इस दे संबंध विच पावन गुरबाणी दे बचन हन, नक नथ खसम हथ। जिस तरह एक पशु हुंदा है, उहदा मालक हुंदा है, वो मालक दी मर्जी है कि जिथे अपने पालतू पशु नूं जिथे मर्जी ले जा सकदा है। पशु दी कोई मर्जी नहीं। इसे तरह साडा भी मालक है, ਉਹਦੇ ਹੱਥ ਵਿੱਚ ਸਾਡੀ ਹੁਕਮ ਰੂਪੀ ਨੱਥ ਆ, ਉਹਨੇ ਪਕੜੀ ਹੈ। ਜਾਂ ਜਿਹੜਾ ਪਸ਼ੂ ਖਰਾਬ ਕਰੇ ਉਹਨੂੰ ਨੱਥ ਮਾਰ ਦਿੰਦੇ ਆ, ਉਹ ਖਰਾਬ ਕਰਨ ਹਟ ਜਾਂਦਾ। ਤੇ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਆ, ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ तहां खाने नानका सच ही। ये सच है कि जिथों दा दाना पानी लिखिया वो जीव नूं हर हालत खाना पैंदा। लिखे हुए रिजक दे अनुसार वो गुरु प्यारा उन्हें अपनी रहत नहीं छड्डी। आम ते असीं लोग उन्ना चिर रहत रखते हैं जिन्ने चिर किसी विद्यालय जथेबंदी संप्रदा विच रहने हैं। घरे जा करके जां होर किते जा करके साडी रहत बैत विसर जांदी, भुला दिंदे आ। पर उन्हें रहत बैत पूरी रखी। ओदी रहत बैत नितनेम बाणी नूं वेख करके ओदे कोले 3 मुसलमान वीर आए ते उहनूं कहण लगे अपनी बोली विच बतौआ, असीं तेरे नाल कोई गल करनी आ। आंदा जी दसो। तू अल्लाह ताला दी बंदगी बहुत करदा है, सानूं पता है। असीं ये सोचदे आ कि तैनूं दोजक दी अग विच ना सड़ना पवे, तू मुसलमान बन जा। देखो बंदे दी सोच कित्थे टिकी है। तैनू दोजक दी अग विच ना पैना पवे, तू मुसलमान बन जा। लालच की दिता, तेरा निकाह तेरे मन पसंद दियां 3 कुड़ियां दे नाल कर देंगे। वेखो ये धर्म दा वाधा कि धर्म ते कलंक आ। अपनी धी दा डोला दे करके किसी नूं मुसलमान बनाउणा, ये गुरमुखो धर्म दा वाधा नहीं, ये धर्म ते कलंक आ।
ਜਾਂ ਕਿਸੇ ਨੂੰ ਕੋਈ ਲਾਲਚ ਦੇ ਕਰਕੇ ਆਪਣੇ ਧਰਮ ਵਿੱਚ ਮਿਲਾਉਣਾ, ਇਹ ਵੀ ਧਰਮ ਦਾ ਵਾਧਾ ਨਹੀਂ। ਜਿਸ ਲਾਲਚੀ ਮਨੁੱਖ ਨੇ ਅੱਜ ਮਤ ਨੂੰ ਧਾਰਨ ਕੀਤਾ, ਕਿਸੇ ਧਰਮ ਨੂੰ ਅਪਣਾਇਆ, ਕੁਝ ਸਮਾਂ ਬੀਤਣ ਤੋਂ ਬਾਅਦ ਜੇ ਕਿਸੇ ਪਾਸੋਂ ਕੋਈ ਵੱਧ ਲਾਲਚ ਮਿਲ ਗਿਆ ਤੇ ਉਹਨੇ ਉਧਰ ਤੁਰ ਪੈਣਾ। ਲਾਲਚੀ ਬੰਦੇ ਦਾ ਗੁਰਮੁਖੋ ਕੋਈ ਧਰਮ ਨਹੀਂ ਹੁੰਦਾ। ਸਾਡਾ ਇਤਿਹਾਸ ਗਵਾਹ ਹੈ, ਜਿਸ ਇਤਿਹਾਸ ਦੇ ਅਸੀਂ ਵਾਰ-ਵਾਰ ਸ਼ੰਕੇ ਕਰਦੇ ਹਾਂ। ਸਾਡਾ ਇਤਿਹਾਸ ਇੱਥੋਂ ਤੱਕ ਗਵਾਹੀ ਭਰਦਾ ਕਿ ਸਾਡੇ ਵੱਡ ਵਡੇਰਿਆਂ ਨੂੰ ਬੀਤੇ ਸਮੇਂ ਅੰਦਰ ਸੂਬੇਦਾਰ ਆਪਣੀਆਂ ਧੀਆਂ ਦੇ ਡੋਲੇ ਦਿੰਦੇ ਸਨ ਕਿ ਮੁਸਲਮਾਨ ਬਣ ਜਾਓ, ਪਰ ਉਹ ਨਹੀਂ ਸਨ ਬਣੇ। ਆਪਣੇ ਧਰਮ ਵਿੱਚ ਪਰਪੱਕ ਰਹੇ। ਉਹਨਾਂ ਮੁਸਲਮਾਨ ਵੀਰਾਂ ਨੇ ਕੋਈ 2 ਘੰਟੇ ਆਪਣੇ ਮਤ ਦਾ ਪ੍ਰਚਾਰ ਕਰਕੇ ਤੇ ਉਹਨੂੰ ਲਾਲਚ ਦੇਣ ਦਾ ਯਤਨ ਕੀਤਾ। ਉਸ ਗੁਰਸਿੱਖ ਪਿਆਰੇ ਨੇ ਉਹਨਾਂ ਦੀਆਂ ਗੱਲਾਂ ਗੌਰ ਨਾਲ ਸੁਣੀਆਂ ਤੇ ਸੁਣ ਕੇ ਜਵਾਬ ਦਿੱਤਾ ਕਿ ਹੁਣ ਮੈਂ ਦੱਸਾਂ ਤੁਹਾਨੂੰ। ਆਂਦੀ ਜੀ ਦੱਸੋ। ਜੇ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਮੁਸਲਮਾਨ ਧਰਮ ਛੱਡ ਕੇ ਸਿੱਖ ਬਣ ਜਾਓ, ਤੁਸੀਂ ਬਣੋਗੇ? ਉਹਨਾਂ ਆਪਣੀ ਭਾਸ਼ਾ, ਆਪਣੀ ਬੋਲੀ ਵਿੱਚ ਕਿਹਾ ਕਿ ਲਾ 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 ਲਾ, ਵੀ ਨਹੀਂ ਨਹੀਂ, ਕਦੇ ਵੀ ਨਹੀਂ, ਭੁੱਲ ਕੇ ਵੀ ਨਹੀਂ। ਆਪਣੀ ਬੋਲੀ ਵਿੱਚ ਕਿਹਾ ਕਿ ਲਾ 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 ਲਾ, ਅਸੀਂ ਮੁਸਲਮਾਨ ਨਹੀਂ ਬਣ ਸਕਦੇ। ਫਿਰ ਉਹਨੇ ਗੁਰਸਿੱਖ ਨੇ ਜਵਾਬ ਦਿੱਤਾ, ਜਿਵੇਂ ਤੁਸੀਂ ਆਪਣਾ ਧਰਮ ਨਹੀਂ ਛੱਡ ਸਕਦੇ, ਇਸੇ ਤਰ੍ਹਾਂ ਮੈਂ ਵੀ ਆਪਣਾ ਧਰਮ ਨਹੀਂ ਛੱਡ ਸਕਦਾ। ਫਿਰ ਉਹਨਾਂ ਹੋਰ ਕੀ ਲਾਲਚ ਦਿੱਤਾ, ਜਿੰਨੇ ਤੂੰ ਪੈਸੇ ਕਵੇਂਗਾ ਤੇਰੇ ਖਾਤੇ ਵਿੱਚ ਪਾ ਦਿਆਂਗੇ, ਜਿੰਨੇ ਪੈਸੇ ਕਵੇਂਗਾ, ਮੁਸਲਮਾਨ ਬਣ ਜਾ। ਤੇ ਗੁਰਮੁਖੋ ਇਹ 2 ਹੀ ਲਾਲਚ ਹੁੰਦੇ ਆ, ਮਾਈ ਮਾਇਆ ਛਲ। ਜਾਂ ਤਾਂ ਮਾਇਆ ਦਾ ਛਲ ਹੁੰਦਾ ਤੇ ਜਾਂ ਮਾਈ ਦਾ ਛਲ ਹੁੰਦਾ। ਤੇ ਸੱਚੇ ਪਾਤਸ਼ਾਹ ਨੇ ਉਸ ਗੁਰਸਿੱਖ ਤੇ ਰਹਿਮਤ ਕੀਤੀ, ਬਖਸ਼ਿਸ਼ ਕੀਤੀ। ਮੇਰੀ ਬੇਨਤੀ ਆ ਕਿ ਸੱਚੇ ਪਾਤਸ਼ਾਹ ਹਰ ਇੱਕ ਗੁਰਸਿੱਖ ਤੇ ਇਸੇ ਤਰ੍ਹਾਂ ਰਹਿਮਤ ਰੱਖਣ। ਕਹਿਣ ਲੱਗਾ, ਨਹੀਂ, ਇਹ ਦੋਵੇਂ ਤੁਹਾਡੀਆਂ ਸ਼ਰਤਾਂ ਮੈਨੂੰ ਮਨਜ਼ੂਰ ਨਹੀਂ। ਨਾ ਤਾਂ ਮਾਈ ਮਨਜ਼ੂਰ ਆ ਤੇ ਨਾ ਮਾਇਆ ਮਨਜ਼ੂਰ ਆ। ਮਾਈ ਮਾਇਆ ਛਲ, ਇਹ ਪਾਵਨ ਗੁਰਬਾਣੀ ਦੇ ਬਚਨ ਹਨ। ਤਿਰਣ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਲ। ਇਹ ਕਿਸ ਤਰ੍ਹਾਂ ਛਾਲ ਆ, ਮਾਈ ਤੇ ਮਾਇਆ। ਤਿਰਣ ਕੀ ਅਗਨ, ਕਦੇ ਕੱਖਾਂ ਦੀ ਅੱਗ ਨਾਲ ਗੁਰਮੁਖੋ ਰਸੋਈ ਤਿਆਰ ਨਹੀਂ ਹੁੰਦੀ, ਲੰਗਰ ਨਹੀਂ ਬਣਦਾ। ਮੇਘ ਕੀ ਛਾਇਆ, ਮੇਘ ਕਹਿੰਦੇ ਬੱਦਲਾਂ ਦੀ ਛਾਂ। ਬੱਦਲਾਂ ਦੀ ਛਾਂ ਥੱਲੇ ਕੋਈ ਬੰਦਾ ਬੈਠ ਕਰਕੇ ਆਨੰਦ ਨਹੀਂ ਮਾਣ ਸਕਦਾ। ਕਿਉਂ? ਜਿਹੜੇ ਪਾਸਿਓਂ ਹਵਾ ਚੱਲੀ, ਬੱਦਲਾਂ ਨੇ ਦੂਜੇ ਪਾਸੇ ਤੁਰ ਪੈਣਾ। ਗੋਬਿੰਦ ਭਜਨ ਬਿਨ, ਪਰਮੇਸ਼ਰ ਦੀ ਬੰਦਗੀ ਤੋਂ ਬਿਨਾਂ ਇਹ ਪਾਣੀ ਆ, ਹੜਕਾ ਜਲ। ਜਿਸ ਤਰ੍ਹਾਂ ਪਾਣੀ ਦੇ ਨਾਲ ਪੈਦਾਇਸ਼ ਹੁੰਦੀ ਹੈ ਖੇਤੀ ਦੀ, ਬਨਸਪਤੀ ਦੀ, ਪਰ ਹੜ ਦਾ ਜਲ ਖੇਤੀ ਨੂੰ ਉਜਾੜਦਾ, ਨੁਕਸਾਨ ਕਰਦਾ, ਫਾਇਦਾ ਨਹੀਂ ਕਰਦਾ। ਗੁਰਮੁਖੋ ਯਾਦ ਰੱਖੋ, ਇਹ ਮਾਈ ਤੇ ਮਾਇਆ ਛਾਲਿਆ। ਉਸ ਗੁਰਸਿੱਖ ਪ੍ਰੇਮੀ ਤੇ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ। ਨਾ ਤਾਂ ਮਾਈ ਦੇ ਲਾਲਚ ਵਿੱਚ ਪਿਆ ਤੇ ਨਾ ਮਾਇਆ ਦੇ ਲਾਲਚ ਵਿੱਚ ਪਿਆ। ਬਾਹਰ ਜਾ ਕੇ ਆਪਾਂ ਕਈ ਵਾਰ ਨਿਤਨੇਮ ਛੱਡ ਦਿੰਨੇ ਆ, ਰਹਿਤ ਬਹਿਤ ਛੱਡ ਦਿੰਨੇ ਆ। ਉਹਦਾ ਗੁਰਮੁਖੋ ਜ਼ਿੰਦਗੀ ਦਾ ਇੱਕ ਨਿਯਮ ਆ। ਆਪਾਂ ਤਾਂ ਕਹਿ ਦਿੰਨੇ ਕਿ ਬਾਣੀ ਕੀ ਕਰਦੀ ਆ। ਇੱਕ ਪਾਗਲ ਜਿਹਾ ਜਿਹਨੂੰ ਘੱਗਾ ਕਹਿੰਦੇ ਆ, ਕਹਿੰਦਾ ਵੀ ਕੀਰਤਨ ਕਰਨ ਦਾ ਕੋਈ ਫਾਇਦਾ ਨਹੀਂ, ਬਾਣੀ ਪੜਨ ਦਾ ਕੋਈ ਫਾਇਦਾ ਨਹੀਂ, ਇਹ ਕੋਈ ਰਖਵਾਲੀ ਨਹੀਂ ਕਰਦਾ। ਇਹ ਮੂਰਖਾ, ਤੇਰੀ ਮੱਤ ਤੇ ਪੜਦਾ ਤੇ ਤੈਨੂੰ ਕਿੰਨੇ ਵਾਰ ਛੇਤਰ ਪਏ ਆ ਗੁਰਬਾਣੀ ਦੀ ਨਿੰਦਿਆ ਕਰਕੇ। ਇਹ ਫਾਇਦਾ ਤੇਰਾ ਫਾਇਦਾ ਹੈ। ਗੁਰਬਾਣੀ ਸਹਾਇਤਾ ਕਰਦੀ ਹੈ। ਗੁਰਮੁਖੋ ਉਹਦਾ ਨਿਯਮ ਕੀ ਹੈ ਗੁਰਸਿੱਖ ਦਾ? ਸਾਨੂੰ ਵੀ ਸੱਚੇ ਪਾਤਸ਼ਾਹ ਕਿਰਪਾ ਕਰਕੇ ਉਹ ਨਿਯਮ ਬਣਾਉਣ ਦੀ ਆਦਤ ਪਵੇ। ਉਹਦਾ ਰੋਜ਼ਾਨਾ ਦਾ ਨਿਤਨੇਮ ਹੈ 21 ਪਾਠ ਜਪਜੀ ਸਾਹਿਬ ਦੇ ਗੁਰਸਿੱਖ ਰੋਜ਼ਾਨਾ ਕਰਦਾ।
एक घंटा जे तां किते कथा मिल बैठ करके सुनने का सुभाग प्राप्त होवे उन्हें जाना। जे गुरुद्वारा साहब नेड़े नहीं, कथा कोई सुनने का समा नहीं मिलता, तो उन्हें रोजाना ਜਿਹੜੀ कथा रिकॉर्ड हुई है संत ज्ञानी गुरबचन सिंह दी, 1 घंटा उन्हें रोजाना कथा सुननी है। सुन हर कथा उतारी मैल, ये गुरमुखो माया ते माई मैल आ। यह गुरबाणी पढ़न दा ते रहत रखण दा फायदा। अपने मत विच हर एक बंदा वाधा करन दा यतन करदा, भावें ईसाई मत आ ते भावें मुसलमानी आ, भावें हिंदू आ, पर सिख ऐसा कर्म नहीं करता। दूजे धर्म विचों तोड़ करके अपने धर्म विच कदे किसी नूं लियाउण दा यतन नहीं करता। हाँ, जिहदे नाम दे नाल ਸਿੰਘ शब्द लगदा, बीबी दे नाल कौर शब्द लगदा, उन्हां नूं जरूर प्रेरदा कि तुसीं सिख आ, सिख बनो। मिसाल के तौर पर गुरु नानक देव सच्चे पातशाह दे नाल सारी जिंदगी भाई मरदाना जी रहे। वो मुसलमानी मत दे नाल संबंधित सन, ते सच्चे पातशाह ने कदे नहीं कहा कि भाई मरदानिया तू अपना धर्म छड्ड दे। ओदी बेनती नूं सुन करके गुरु नानक देव सच्चे पातशाह ने भाई मरदाना जी नूं मक्के दी यात्रा भी कराई। ये बेनती सी गुरु नानक देव सच्चे पातशाह दे चरण कमलां पास, भाई मरदाना जी सच्चे पातशाह किरपा करके मैनू मक्के दी यात्रा कराओ। ते कह देंदे भी उत्थे जाके आपां की करना, तू साडे नाल रहिना। किसी विद्यालय विच कोई बंदा मिलण वास्ते जावे ते बंदा प्रेर दा यतन करदा कि साडे कोले रहे, उत्थे की उत्थे क्यों जाना। हाँ, गुरमत तो कोई उल्ट होवे ते रोकण दा यतन गुरमुखों करना चाहिए। भाई मरदाना जी नूं गुरु नानक देव सच्चे पातशाह जी ने मक्के दी यात्रा कराई। इसे तरह पंचम पातशाह जी दा प्रेम सी साईं मियां मीर दे नाल, ते कदे भी साईं मियां मीर नूं सच्चे पातशाह ने कहा नहीं तुसीं सिख बन जाओ, मुसलमान छड्ड दिओ। गुरमुखों सिख इस तरह कदे नहीं करदा। 10वें पातशाह दा प्रेम सी पीर बुद्धू शाह दे नाल, ते पीर बुद्धू शाह नूं कदे मजबूर करके कहा नहीं सी कि तुसीं मुसलमानी मत छड्ड दिओ, इस तरह कदे भी नहीं। हालांकि पीर बुद्धू शाह दी बेनती नूं मन करके कलगीधर पातशाह ने जिहड़े औरंगजेब दे फौज विचों पठान आए सन, अपनी फौज विच भर्ती कीते सन। जदों बदल गए, पीर बुद्धू शाह सच्चे पातशाह दे नाल भंगाणी साहिब दी जंग विच शामिल होया। अपने मुरीद, अपने पुत्र, अपने भाइयों नूं लै करके भंगाणी साहिब दा जंग 22 धार दे राजियां दे विरुद्ध पीर बुद्धू शाह जी 10वें पातशाह दे नाल हो करके लड़िया। पर एक बार भी पीर बुद्धू शाह नूं सच्चे पातशाह जी ने मजबूर नहीं किया कि तू सिख बन जा, कदे भी नहीं। ते जदों कलगीधर पातशाह आगरे दे किले विच गए, बहादुर शाह नूं राज दवाया। कलगीधर पातशाह ने जदों शरण आया कि सच्चे पातशाह मेरे ते किरपा करो, मैनू राज दवाओ, ते सच्चे पातशाह ने उहदी हिमायत की, राज दवाया। कलगीधर पातशाह आगरे किले दे विच उहदे सद्दे पत्तर ते गए समेत घोड़े सवार होके। उत्थे बहादुर शाह ने कलगीधर पातशाह दे उपर एक सवाल कीता सी। आम बंदा हुंदा ते शायद सवाल दा जवाब ना दिंदा। बहादुर शाह ने सवाल कीता कि सच्चे पातशाह धर्म किहदा चंगा है। बड़ा अजीब सवाल सी। ते सच्चे पातशाह ने बचन किया, परथाए साखी महापुरख बोलदे सांझी सगल जहान। बहादुर शाह नूं कलगीधर पातशाह ने जवाब दिता, तुम्हारा तुमको खूब, हमारा हमको खूब। तुहाडा धर्म तुहाडे वास्ते चंगा, साडा धर्म साडे वास्ते चंगा। अपने धर्म विच पक्के रहना, ये धर्मी बनना तुहाडे वास्ते चंगी गल है।
सच्ची पातशाह ने जिहो जिहा सवाल किया ओहो जिहा कलगीधर पातशाह ने जवाब दिता कि तुहाडा धर्म माड़ा नहीं, बहुत वधिया है। साडा धर्म भी माड़ा नहीं, साडा भी चंगा है। जेकर चाहुंदे राज दवाया सी, कह देंदे कि बहादुर शाह तैनूं राज दवाया ते तू सिख बन जा। किसे नूं भी अज तक साडे वड वडेरियां ने, साडे गुरु साहिबान जी ने किसे नूं मजबूर करके धर्म छड्डण वास्ते नहीं किसे नूं मजबूर कीता। इसे तरह संत ज्ञानी जरनैल सिंह महापुरखां दी रसना दे बचन सन कि हिंदू पक्का हिंदू बने। किवें हिंदू बने? 12 तिलक लावे, बोधी रखे, धोती बन्ने, गल विच जनेऊ पावे, गीता ते रमैण दा ओ पाठ करे। ओ हिंदू नहीं, ओ साडा भरा है। पक्का हिंदू बने अपने धर्म दे विच। मुसलमान पक्का मुसलमान बने ते मुसलमान दा पक्का होना पक्के निजम किया मक्के दा हाजी होवे, उन्हें मक्के दा हज कीता होवे। जिस तरह सिख वास्ते जरूरी लाजमी पक्का ना कि खंडे बाटे दा अमृत छकना। ये सिख दियां निशानियां। साबत सूरत रखनी, 5 ककार धारण करने, खंडे बाटे दा अमृत छकना। ये 5 ककारी गुरसिੱਖੀ दी रहत्या। इसे तरह मुसलमान मक्के दा हाजी होवे, 5 नमाजी होवे, ना हिंदू तमाकू खावे ते ना मुसलमान ही तमाकू खावे। ओ कुरान दा पाठी होवे, ओ मुसलमान नहीं। संतां दी रसना दे बचन सन, ओ साडा भरा है। हिंदू पक्का हिंदू बने, मुसलमान पक्का मुसलमान बने, सिख पक्का सिख बने। केस दाढ़ी रखे, 5 ककार अपने शरीर ते धारण करे, नितनेमी होवे। श्री गुरु ग्रंथ साहिब जी महाराज सच्चे पातशाह नूं अपना गुरु मने। प्रेम सारियां नाल रखे, ईरखा किसे नाल ना करे, किसे दे धर्म दी नरादरी ना करे, उल्ट ना बोले किसे भी धर्म दे। धर्म गुरमुखो कोई भी माड़ा नहीं। जिस तरह के चंदू ने 5वें पातशाह नूं शहीद कराया, हिंदू धर्म माड़ा नहीं, चंदू खुद माड़ा सी। गंगू ब्राह्मण ने छोटे साहिबजादियां नूं शहीद कराया, मुकबरी कीती। ब्राह्मण धर्म माड़ा नहीं। एक मलक जाति नाम दा ब्राह्मण होया, जेड़ा धन सतगुरु श्री गुरु हरगोबिंद साहिब जी महाराज सच्चे पातशाह दे नाल मेल करके ते मुगलां नाल जंग करदा रहा। वो ब्राह्मण सी, मलक जाति उहदा नाम सी। 6वें पातशाह दे नाल उहने मिल करके 6वें पातशाह दी फौज विच भर्ती होया। मलक जाति उहदा नाम सी, जाति उहदी ब्राह्मण सी। ब्राह्मण धर्म माड़ा नहीं। साडे वर्गे अक्सर इंसान माड़ी पैदा हो जाते हैं। ते सच्चे पातशाह ने सानू ये सिक्ख्या दिती है कि किसी नूं मजबूर करके धर्म छड्डण वास्ते किसी नूं मजबूर नहीं करना, किसी नूं लालच नहीं देना। ते जो गुरु नानक देव सच्चे पातशाह जी ने परंपरा चलाई, अज भी ज्यों दी ओ त्यों आ, बदली नहीं ते ना कोई बदली सकदा, ना किसे कोले बदलण दा अधिकार ही आ। ते अज भी जदों सिੱਖੀ विच शामिल कीता जांदा, खंडे बाटे दा अमृत छकाया जांदा ते पहला पुछया जांदा, भाई अमृत ओ छकियो जिहड़ा मन बना के आया। किसे लालच विच आके, किसे दबाव विच आके, डर भय विच आके अमृत ना छकियो। जिहड़ा लालच विच आया, दबाव थले आके अमृत छकण वास्ते आया, भाई उहनूं खुली छुट्टी है, वो जा सकदा। इस तरह अमृत नहीं छकाया जांदा कि अमृत छको तो तुहाडे बच्चे फ्री पढ़ावांगे। अमृत छको, सिख बनो ते तुहानूं कपड़े जां परचून दा सौदा लैके देवांगे। अजकल ये मंगां पूरीआं करके धर्मी बनाया जांदा, अपने धर्म विच वाधा कीता जांदा।
गुरमुखो ये धर्म का वाधा नहीं, धर्म का नुकसान है। सिख इस तरह प्रचार नहीं करते। अज भी जदों खंडे बाटे दा अमृत छकाउण वास्ते संगत इकट्ठी हुंदी आ ते उन्हां नूं की सुनाया जांदा पढ़ के, जाओ तो प्रेम खेलण का चाओ, सिर तर तली गली मेरी आओ, इत मार्ग पैर त्रीजा, सिर दीजा कान न कीजै, पहला मरण कबूल, जीवन की छड़ आस हो, सबन की रेणका तो आओ हमारे पास। ये पंक्तियां पढ़ करके सिख नूं संगतां नूं सुनाईयां जांदियां। भाई सीस पंथ दा समझना, सीस पंथ दा समझना, लोड़ पैण ते पंथ नूं हाज़र करना ते सिख जथेबंदी तो कदे वास्ते उल्ट नहीं होना। गुरमुखो लाड़ ते नहीं दिता जांदा, डराया ते धमकाया नहीं जांदा। ये सिख धर्म की एक परंपरा। पर वर्तमान समय दे अंदर श्रोमणी गुरुद्वारा प्रबंधक कमेटी ने इहदे विच तब्दीली लियांदी, एक खोटा काम कीता। पंज प्यारे किसी संप्रदा दे नहीं हुंदे, पंज प्यारे कलगीधर पातशाह दे। जेड़ा कोई समझदा ना कि ये पंज प्यारे किसी संप्रदा दे आ, गुरमुखो दी घटिया सोच है। पंज प्यारियां दा खिताब एक कलगीधर पातशाह ने दिता, किसी जथेबंदी ने नहीं। ये पंज प्यारे कलगीधर पातशाह ने साधे सन सिੱਖਿਆ ते दिखिया देण वास्ते। ते श्रोमणी कमेटी वाले की कहंदे आ, जे किसी समागम दे संबंध विच श्रोमणी कमेटी तो कोई लिटरेचर मंगदा, लोड़वंदां वास्ते ककार मंगदा, देंदे जरूर आ, नाल एक शर्त रखदे आ। वो किहड़ी कि ये समान तुहानूं मिल जूगा, कोई गल नहीं, पर पंज प्यारे साडे आउणगे अमृत छकाउण वास्ते। कहंदे भी साडे पंज प्यारे, ਇਹਦਾ मतलब भी ये होया ना भी श्रोमणी कमेटी कलगीधर पातशाह बन गई है। सारे तनखाहीए है, एक भी सेवादार नहीं। ते साडे विच एक होर बड़ी वड्डी भुल आ, आपां कह देने कि दरबार साहिब श्री हरमंदर साहिब दा हजूरी रागी आया, ਇਹਦਾ सत्कार करो ते इहनूं पहिला टाइम दिओ। गुरमुखो हजूरी रागी कहदा वो 60-70 हज़ार रुपया हरमंदर साहिब कीर्तन कर दी तनख्वाह नहीं लैंदा, एहसान करदा। हजूरी रागी कहदा वो ते 60-70 हज़ार महीने की तनख्वाह लैंदा। फिर आपां कह देने कि हरमंदर साहिब दा सिंह साहब आया, ग्रंथी आया, हैड ग्रंथी आया, कि गुरमुखो तनख्वाह नहीं लेंदे? 60-70 हज़ार तनख्वाह नहीं लेंदे, अपना परिवार गुरु रामदास सच्चे पातशाह की गोलक तो पालदे नहीं, उन्हां दे विच की वाधा है? ते गुरमुखो श्रोमणी गुरुद्वारा प्रबंधक कमेटी दे ना जथेदार, ना सिंह साहब, ना प्रचारक, ना पाठी, ना रागी, 2015 तो बेअदबी का दौर चलिया, अज भी हुंदी है। कदे श्रोमणी कमेटी दे मुलाजम जिन्ने भी आ, वड्डे तो लैके छोटे तक, किते भी कदे गए है? इन्हां दी सोच एक होंदी है कि छेती छेती बेअदबी वाली जगह ते कब्जा कर लो, पोथियां अपने कब्जे विच लाओ, गुरु ग्रंथ साहिब जी का स्वरूप अपने कब्जे विच लै करके छेती छेती इन्हां नूं गोंदवाल साहिब घल दिओ। ये सोच है श्रोमणी कमेटी दी कि जे ककार लैणे आ, साडे तो लिटरेचर लैना है, ते फिर पंज प्यारे साडे आउणगे। ਇਹਦਾ मतलब ये होया भी श्रोमणी कमेटी कलगीधर पातशाह का रूप बन गई है भी साडे पंज प्यारे अमृत छकाउणगे। भी जे किसी जथेबंदी दे पंज प्यारे अमृत छकाउणगे, वो की उन्हां नूं राधा स्वामी बनाउणगे? यह है श्रोमणी वर्तमान कमेटी दी करतूत। ते जे साडे तो सहायता लैनी है तो पंज प्यारे साडे आउणगे। हर एक बंदे दी सोच है कि मैं अपने विच वाधा करां, गां वास्ते भी ये समागम अपने अधीन लैना है कि साडी देख रेख विच होया।
नहीं गुरमुखो तुहाडी भी नहीं देख रेख ते साडी भी देख रेख नहीं। ये देख रेख किहदी आ? जिहदा पंथ आ, जिहड़ा पंथ दा वाली आ। आपां सारे पंथ दे नुमाइंदे आ, आपां सारे पंथ दे प्रचारक आ। ये पंथ विच वाधा नहीं, असीं लोकां ने वर्तमान समय दे विच पंथ दे विच वंडियां पातीआं भी साडे पंड प्यारे आ, साडे विच रलो, असीं इस तरह करांगे। गुरमुखो नहीं, जिन्ने भी श्रोमणी कमेटी दे मुलाजम सारे तनखाहीए आ, मोटियां तनखावां लैंदे आ ते बहुतात गिणती विच श्रोमणी कमेटी दे मुलाजम गुरमुखो शराब भी पींदे आ। लम्मा समा श्रोमणी गुरुद्वारा प्रबंधक कमेटी दा प्रधान रहा अवतार सिंह मक्कड़, ते ओहदे दो मुंडे ते दोवें शराब पींदे सी। जेकर श्रोमणी कमेटी दे प्रधान दे मुंडे शराब पीण ते समझाऊगा किहनूं? आपां कह देना कि श्रोमणी कमेटी दा प्रधान आ, बहुत वड्डी हस्ती है, माया नाज। क्यों आपां कह देने शामदी लोग कि पंथ दी माया नाज हस्ती आई है। गुरमुखो माया नाज हस्ती खेत सुहा दो मुंडे दोवें शराब पींदे ते दोवें शराब पी पी के दोवें मुंडे मर गए। ये माया नाज हस्ती है। उसे घर विच मक्कड़ ने रहना, उसे घर विच उहदे मुंडियां ने रहना ते मुंडियां ने दिन रात शराब पीनी। गुरमुखो साडी सिख पंथ दी त्रास दी आ। हर एक बंदे दी सोच हुंदी आ कि साडे पंथ विच साडे मत विच वाधा होवे। ते जो अज आपां श्री गुरु नानक दे सच्चे पातशाह जी दा हुक्म पढ़ना ते सुनना विचारना, ये भी इहदे नाल संबंधित है। पावन गुरबाणी दे बचन हन धड़े बंदी दे संबंध विच। किस ही धड़ा किया मित्र सुत नाल भाई। किसे बंदे ने धड़ा बना लिया अपने शरीके भाईचारे नाल। किस ही धड़ा किया कुड़म सका नाल जवाई। जिस तरह बादल परिवार ने कीता है, एक पासे सुखबीर दा साला है ते दूजे पासे सुखबीर दा जीजा है। एक पासे बादल दा जवाई है, एक पासे बादल दे मुंडे दा साला मजीठिया। कैरों वाले जिहड़े आ वो बादल दे जवाई आ। किस ही धड़ा किया कुड़म सका नाल जवाई। किस ही धड़ा किया सिकदार चौधरी नाल अपने सवाई। सवाई दा अर्थ हुंदा स्वार्थ। ये धड़े बाजियां सारे दुनिया दे लोकां ने अपने स्वार्थ वास्ते कीतियां कि दुनिया नूं अपने नाल जोड़ो ते आउण वाले 5 सालां विच जदों वोटां पैणगीआं ते अपनी सरकार बनावांगे। पर दुनिया दा कुछ नहीं सवारना, लुटना कुटना ते खाना, ये सरकारां दे अक्सर काम हुंदे आ। ते सच्चे पातशाह ने ये 3 उदाहरणां दित्तियां ते चौथी उदाहरण विच सच्चे पातशाह सानू समझाउंदे, हम हर स्यों धड़ा किया। गुरसिखा याद रख, जे धड़ा करना ते रब दे नाल कर, दुनियावी बंदियां दे नाल कदे ना करी। हम हर स्यों धड़ा किया मेरी हर टेक, हाओ हर बिन पख धड़ा अवर न कोई। हाओ हर गुण गावा असंख अनेक। गुरमुखा जिस दिन तू धड़ा पार्टी अपने गुरु दे नाल करनी ना, दुनियावी धड़े बंदियां ने तेरे तो लालच लेना, तेरे तो पार्टी दा फंड भी लेना ते ये भी कहना कि साडी पार्टी दा प्रचार कर। ते सच्चे पातशाह दे नाल जिस दिन तू धड़े बंदी कीती, उन्हें तेरे तो कुछ मंगना नहीं, तैनू देना है। तेरे तो कुछ लेना नहीं, तैनू देना है। तेरा कुछ बिगाड़ना नहीं। जदों पार्टी दे लोग पार्टी छड्ड देंदे ने ते पार्टियां दे लोग ओहदा फिर नुकसान करदे आ, मरण मराउण तक भी जांदे आ। ते सच्चे पातशाह सानू समझाउंदे आ, गुरु दे नाल जदों धड़ा करेगा ते तेरा विगड़ना नहीं, तेरा सौरना है। किवें सौरना, की सवारेगा? गुरमुख जन्म सवार दरगाह चलिया, सची दरगाह जाए सच्चा पिड़ मलिया।
ते ਜਿਹੜੀਆਂ ਦੁਨਿਆਵੀ ਪਾਰਟੀਆਂ ਦੁਨੀਆ ਦੀ ਨਿਗਾਹ ਵਿੱਚ ਵੱਡਾ ਬਣ ਜਾਣਾ, ਉਸ ਵੱਡੇ ਮਨੁੱਖ ਦੇ ਸੰਬੰਧ ਵਿੱਚ ਪਾਵਨ ਗੁਰਬਾਣੀ ਦੇ ਬਚਨ ਹਨ। ਵੱਡਾ ਹੋਆ ਦੁਨੀਦਾਰ ਬਨ ਸੰਗਲ ਘੱਤ ਚਲਾਇਆ। ਦੁਨੀਆ ਦੀ ਨਿਗਾਹ ਵਿੱਚ ਵੱਡਾ ਹੋ ਸਕਦਾ ਹੈ, ਪਰਮੇਸ਼ਰ ਦੀ ਦਰਗਾਹ ਵਿੱਚ ਗੁਰਮੁਖਾ ਤੂੰ ਵੱਡਾ ਨਹੀਂ ਹੋਣਾ। ਜਦੋਂ ਪਰਮੇਸ਼ਰ ਦੀ ਦਰਗਾਹ ਵਿੱਚ ਜਾਣਾ, ਤੈਨੂੰ ਸੰਗਣਾ ਨਾਲ ਬੰਨ ਕੇ ਨੂੜ ਕੇ ਲਿਜਾਣਾ ਉੱਥੇ। ਵੱਡਾ ਹੋਆ ਦੁਨੀਦਾਰ ਬਨ ਸੰਗਲ ਕੱਤ ਚਲਾਇਆ। ਕਿਉਂ ਚਲਾਉਣਾ ਉੱਥੇ, ਬੰਨਣਾ ਕਿਉਂ? ਅੱਗੇ ਕਰਨੀ ਕੀਰਤ ਵਾਚਿਐ ਬੈ ਲੇਖਾ ਕਰ ਸਮਝਾਇਆ। ਦੁਨੀਆ ਦੀ ਨਿਗਾਹ ਵਿੱਚ ਦੁਨੀਆ ਤੇ ਬੰਦਾ ਵੱਡਾ ਬਣਨ ਦਾ ਯਤਨ ਕਰਦਾ ਕਿ ਦੁਨੀਆ ਦੇ ਲੋਕ ਮੈਨੂੰ ਵੱਡਾ ਕਹਿਣ। ਬੀਤੇ ਸਮੇਂ ਸ਼੍ਰੋਮਣੀ ਕਮੇਟੀ ਦੀ ਅਣਗਹਿਲੀ, ਸਾਡੀ ਸਾਰਿਆਂ ਦੀ ਮੂਰਖਤਾਈ, ਇੱਕ ਨਗੁਰੀ ਜਨਾਨੀ ਪ੍ਰਕਾਸ਼ ਸਿੰਘ ਬਾਦਲ ਦੇ ਘਰ ਵਾਲੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨੂੰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਲੰਗਰ ਦੀ ਪ੍ਰਬੰਧਕ ਬਣਾਇਆ। ਅੰਮ੍ਰਿਤ ਉਹਨੇ ਨਹੀਂ ਸੀ ਛਕਿਆ ਤੇ ਕੇਸ ਆਪਣੇ ਕਾਲੇ ਕਰਦੀ ਸੀ। ਅੰਮ੍ਰਿਤ ਉਹਨੇ ਨਹੀਂ ਸੀ ਛਕਿਆ ਤੇ ਲੰਗਰ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹ ਇੰਚਾਰਜ ਬਣਾਈ, ਪ੍ਰਧਾਨ ਬਣਾਈ। ਤੇ ਕੁਝ ਸਮਾਂ ਬੀਤਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਖੁਸ਼ਾਮਦੀ ਲੋਕਾਂ ਨੇ ਖਿਤਾਬ ਕੀ ਦਿੱਤਾ? ਮਾਤਾ ਖੀਵੀ ਦਾ ਖਿਤਾਬ ਬਾਦਲ ਦੇ ਘਰ ਵਾਲੀ ਨੂੰ ਦਿੱਤਾ। ਜੇ ਗੁਰਮੁਖੋ ਇਹ ਮਾਤਾ ਖੀਵੀ ਆ, ਬਾਦਲ ਫਿਰ ਕੌਣ ਆ? ਮਾਤਾ ਖੀਵੀ ਸਤਿਕਾਰਯੋਗ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਮਹਿਲ ਸਨ। ਤੇ ਪਾਵਨ ਗੁਰਬਾਣੀ ਦੇ ਬਚਨ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ, ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਉ ਬੁਰਾ। ਜਿਸ ਬੰਦੇ ਦਾ ਨਾਂ ਲੈਣਾ ਅਤ ਤੋਂ ਜ਼ਿਆਦਾ ਬੁਰਾ, ਉਸ ਬੀਬੀ ਨੂੰ ਇਹਨਾਂ ਨੇ ਮਾਤਾ ਖੀਵੀ ਦੇ ਖਿਤਾਬ ਦੇ ਨਾਲ ਸਨਮਾਨ ਕੀਤਾ। ਫਿਰ ਉਹ ਮਾਤਾ ਖੀਵੀ ਦੀ ਹਾਲਤ ਕੀ ਹੋਈ? ਉਹਦੀ ਜ਼ਬਾਨ ਨੂੰ ਕੈਂਸਰ ਹੋਇਆ। ਫਿਰ ਡਾਕਟਰਾਂ ਨੇ ਉਸ ਜ਼ਬਾਨ ਨੂੰ ਵੱਢਿਆ, ਕੈਂਚੀ ਨਾਲ ਕੱਟਿਆ। ਰਸ ਨਾ ਜਪੇ ਨਾ ਨਾਮ, ਤਿਲ ਤਿਲ ਕਰ ਕੱਟਿਆ। ਉਸ ਜ਼ਬਾਨ ਨੂੰ, ਜਿਹੜੀ ਜ਼ਬਾਨ ਨੇ ਕਿਹਾ ਸੀ ਕਿ ਮੈਂ ਮਾਤਾ ਖੀਵੀ ਦਾ ਖਿਤਾਬ ਲਿਆ, ਮੈਂ ਲੰਗਰ ਦੀ ਇੰਚਾਰਜ ਪ੍ਰਬੰਧਕ ਆ, ਉਸ ਜ਼ਬਾਨ ਨੂੰ ਡਾਕਟਰਾਂ ਨੇ ਗੁਰਮੁਖੋ 3 ਵਾਰ ਕੱਟਿਆ ਤੇ ਬਚੀ ਫੇਰ ਵੀ ਨਹੀਂ, ਕੈਂਸਰ ਹੋਈ। ਹਰ ਇੱਕ ਬੰਦੇ ਦੀ ਸੋਚ ਹੁੰਦੀ ਆ ਕਿ ਵੱਡੇ ਤੋਂ ਵੱਡੇ ਅਦਾਰੇ ਤੇ ਮੈਂ ਕਬਜ਼ਾ ਕਰਾਂ, ਵੱਡੇ ਅਦਾਰੇ ਤੇ ਮੈਂ ਕਬਜ਼ਾ ਕਰੂੰ ਤੇ ਦੁਨੀਆ ਤੇ ਮੇਰੀ ਤੂਤੀ ਬੋਲੂਗੀ। ਇਸੇ ਤਰ੍ਹਾਂ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਸੁਮੇਰ ਪਰਬਤ ਤੇ ਗਏ, ਗਿਆਨ ਦੀ ਚਰਚਾ ਹੋਈ ਸਿੱਧ ਲੋਕਾਂ ਦੇ ਨਾਲ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਆਈ ਵਾਰ ਜਿੱਤਦੇ ਰਹੇ ਤੇ ਸੁਮੇਰ ਪਰਬਤ ਤੇ ਵੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਿੱਤ ਗਏ। ਸਿੱਧਾਂ ਨੇ ਸੋਚਿਆ ਵੀ ਇਹ ਬੜਾ ਵਿਦਵਾਨ ਹੈ, ਇਹਦੀ ਜ਼ਬਾਨ ਵਿੱਚ ਰਸ ਬਹੁਤ ਆ, ਬੜੀਆਂ ਗਿਆਨ ਦੀਆਂ ਗੱਲਾਂ ਕਰਦੇ ਆ, ਇਹਨੂੰ ਆਪਣੇ ਮੱਤ ਵਿੱਚ ਲਿਆਓ। ਆਪਣੇ ਮੱਤ ਵਿੱਚ ਲਿਆਵਾਂਗੇ ਤੇ ਸਾਡਾ ਦੁਨੀਆ ਤੇ ਬੋਲਬਾਲਾ ਹੋਊਗਾ। ਜਿਵੇਂ ਬਾਦਲ ਦਲੀਏ ਲੋਕਾਂ ਨੂੰ ਲਾਲਚ ਦੇ ਕਰਕੇ ਤੇ ਬਾਦਲ ਦਲ ਵਿੱਚ ਸ਼ਾਮਲ ਕਰਦੇ ਆ, ਇਸੇ ਤਰ੍ਹਾਂ ਕਾਂਗਰਸੀ ਲੋਕ ਲੋਕਾਂ ਨੂੰ ਲਾਲਚ ਦੇ ਕਰਕੇ ਤੇ ਆਪਣੀ ਪਾਰਟੀ ਵਿੱਚ ਸ਼ਾਮਲ ਕਰਦੇ ਆ, ਵਾਅਦਾ ਕਰਦੇ ਆ। ਇਸੇ ਤਰ੍ਹਾਂ ਉਹਨਾਂ ਜੋਗੀ ਸਿੱਧ ਲੋਕਾਂ ਨੇ ਸੋਚਿਆ ਜਦੋਂ ਸਾਡੇ ਮੱਤ ਵਿੱਚ ਆਉਣਗੇ ਨਾ ਤੇ ਸਾਡੇ ਧਰਮ ਵਿੱਚ ਵਾਧਾ ਹੋਊਗਾ, ਬੜਾ ਦੁਨੀਆ ਤੇ ਪ੍ਰਚਾਰ ਤੇ ਬੋਲਬਾਲਾ ਹੋਊਗਾ। ਇਹ ਜਾਣ ਕਰਕੇ ਸਿੱਧ ਲੋਕਾਂ ਨੇ ਜਿਹੜੀਆਂ ਯੋਗ ਮਤ ਦੀਆਂ ਨਿਸ਼ਾਨੀਆਂ ਸਨ ਉਹ ਲਿਆ ਕਰਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਕੋਲੇ ਰੱਖੀਆਂ। ਕਿਹੜੀਆਂ? ਜਿਹੜੀਆਂ ਮੁੰਦਰਾਂ ਪਾਉਣੀਆਂ, ਜੜਾਵਾਂ ਬਣਾਉਣੀਆਂ, ਹੱਥ ਵਿੱਚ ਡੰਡਾ ਫੜਨਾ ਤੇ ਮੋਢੇ ਤੇ ਝੋਲੀ ਪਾਉਣੀ, ਹੱਥ ਵਿੱਚ ਇੱਕ ਭਾਂਡਾ ਫੜਨਾ, ਜਾਂ ਉਹਨੂੰ ਠੂਠਾ ਕਹਿੰਦੇ ਤੇ ਜਾਂ ਚਿੱਪੀ ਹੁੰਦੀ ਆ ਉਹ ਭੀਖ ਮੰਗਣ ਵਾਸਤੇ। ਇਹ ਨਿਸ਼ਾਨੀਆਂ ਲਿਆ ਕਰਕੇ ਸਿੱਧ ਲੋਕਾਂ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਇਹ ਯੋਗ ਦੀਆਂ ਨਿਸ਼ਾਨੀਆਂ,
तुसीं जोगी बन जाओ, मुंदरा पाओ, हाथ विच डंडा फड़ो, मोढे ते झोली पाओ। ते सच्चे पातशाह ने ये निशानियां देख करके जवाब दिता कि ये तुहाडे किसी भी धार्मिक ग्रंथ विच जोग मत दीयां निशानियां नहीं लिखियां। जिस तरह कि सिख मत दी, सिख पंथ दी रहत मर्यादा विच केस दाढ़ी, किशहरा, कंघा, किरपान ते कड़ा ये निशानियां बारे जिक्र आउंदा कि सिख तां जेकर कुड़ी उहदे पंज ककार आ, जी पंज ककार नहीं तो सिख नहीं। सच्चे पातशाह ने जवाब दिता कि तुहाडे मत विच धार्मिक ग्रंथां विच ये किते नहीं लिखिया कि जोगी दे हत्थ विच डंडा होवे, ओहदे हत्थ चिप्पी होवे, ओहदे कन्नां विच मुंदरां पाईआं होण, मोढे ते झोली। सच्चे पातशाह ने जवाब दिता सगों तुहाडे धार्मिक ग्रंथां विच योग दे 8 नियम दसे आ, 8 अंग दसे आ, वो ये नहीं गे, वो हो रहा। पर असीं जोगी बने आ, ਕੰਨ ਪਾੜ ਕਰਕੇ ਮੁੰਦਰਾਂ ਨਹੀਂ ਪਾਈਆਂ। ਤੇ ਸੱਚੇ ਪਾਤਸ਼ਾਹ ਤੁਸੀਂ ਕਿਹੋ ਜਿਹੇ ਜੋਗੀ ਆ? ਜੋਗ ਦੀਆਂ ਨਿਸ਼ਾਨੀਆਂ ਤੁਹਾਡੇ ਕੋਲੇ ਹੈ ਨਹੀਂ। ਸਿੱਧ ਲੋਕਾਂ ਦੀ ਬੇਨਤੀ ਨੂੰ ਸੁਣ ਕਰਕੇ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਕਿ ਅਸੀਂ ਵੀ ਜੋਗੀ ਆ। ਅਸੀਂ ਆਪਣੇ ਸਿੱਖਾਂ ਨੂੰ ਵੀ ਆਪਣੇ ਵਰਗੇ ਜੋਗੀ ਬਣਾਵਾਂਗੇ ਜਿਸ ਤਰ੍ਹਾਂ ਦੀ ਅਸੀਂ ਜੋਗੀ ਆ। ਤੇ ਜਿਸ ਤਰ੍ਹਾਂ ਜੋਗ ਮਤ ਦਾ ਉਪਦੇਸ਼ ਨਿਸ਼ਾਨੀਆਂ ਸਨ, ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਗੁਰਬਾਣੀ ਅੰਦਰ ਸਾਨੂੰ ਸਮਝਾਉਂਦੇ ਕਥਨ ਕਰਦੇ ਆ। ਸ਼ਰਵਣ ਕਰਕੇ ਹੋਰ ਲਾਭ ਪ੍ਰਾਪਤ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੁੰਦਾ ਸੰਤੋਖ। ਸੱਚੇ ਪਾਤਸ਼ਾਹ ਨੇ ਜਵਾਬ ਦਿੱਤਾ ਕਿ ਜਿਹੜਾ ਸੰਤੋਖ ਰੱਖਣਾ ਹੈ, ਬਿਨਾ ਸੰਤੋਖ ਨਹੀਂ ਕੋ ਰਾਜੈ। ਸੰਤੋਖ ਜਿਹੜਾ ਰੱਖਣਾ ਹੈ ਸਿੱਧ ਲੋਕੋ ਅਸੀਂ ਮੁੰਦਰਾ ਪਾਈ ਆ। ਤੇ ਫਿਰ ਤੁਸੀਂ ਵਿਰਾਗੀ ਹੁੰਨੇ ਆ, ਆਪਣਾ ਪਰਿਵਾਰ ਛੱਡਦੇ ਆ, ਸੰਸਾਰ ਛੱਡ ਕਰਕੇ ਇਕਾਂਤ ਜਗ੍ਹਾ ਤੇ ਰਹਿੰਦੇ ਆ। ਅਸੀਂ ਵੀ ਵਿਰਾਗੀ ਆ। ਤੇ ਫਿਰ ਵਿਰਾਗੀ ਦੀ ਨਿਸ਼ਾਨੀ ਹੁੰਦੀ ਹੈ, ਉਹਦੇ ਹੱਥ ਵਿੱਚ ਚਿੱਪੀ ਜਾਂ ਇੱਕ ਠੂਠਾ ਕਹਿ ਦਿੰਦੇ ਆ, ਉਹ ਨਿਸ਼ਾਨੀ ਹੁੰਦੀ ਵਿਰਾਗੀ ਦੀ, ਯੋਗੀ ਦੀ। ਸੱਚੇ ਪਾਤਸ਼ਾਹ ਨੇ ਜਵਾਬ ਦਿੱਤਾ ਕਿ ਜਿਹੜਾ ਸੰਤੋਖ ਰੱਖਣਾ ਇਹ ਅਸੀਂ ਮੁੰਦਰਾ ਪਾਈ ਆ, ਮੁੰਦਰਾ ਪਾਈਆਂ ਨੇ। ਤੇ ਸ਼ਰਮ ਪੱਤ ਜਿਹੜੀ ਮਾੜੇ ਕੰਮਾਂ ਵੱਲੋਂ ਸ਼ਰਮ ਕਰਨੀ ਆ, ਇਹ ਅਸੀਂ ਵਿਰਾਗ ਧਾਰਨ ਕੀਤਾ। ਆਮ ਤੌਰ ਤੇ ਜਦੋਂ ਜੋਗੀ ਬਣਦੇ ਸਨ ਉਹਨਾਂ ਨੂੰ ਪੜ੍ਹਾਇਆ ਜਾਂਦਾ ਸੀ ਕਿ ਘਰੇ ਨਹੀਂ ਜਾਣਾ, ਆਪਣੇ ਨਗਰ 'ਚ ਨਹੀਂ ਜਾਣਾ, ਆਪਣੇ ਸ਼ਹਿਰ 'ਚ ਨਹੀਂ ਜਾਣਾ, ਇਕਾਂਤ ਜਗ੍ਹਾ ਤੇ ਜੋਗ ਪੰਥ ਵਿੱਚ ਰਹਿਣਾ, ਜਿੱਧਰ ਇਹ ਮਤ ਜਾਵੇ ਉਧਰ ਹੀ ਰਹਿਣਾ। ਤੇ ਗੋਰਖਨਾਥ ਦਾ ਇੱਕ ਅਸੂਲ ਸੀ, ਉਹਨੇ ਗਰੀਬ ਲੋਕਾਂ ਨੂੰ ਗੁਰਮੁਖੋ ਜੋਗੀ ਨਹੀਂ ਬਣਾਇਆ, ਰਾਜੇ ਤੇ ਅਮੀਰ ਲੋਕਾਂ ਨੂੰ ਜੋਗੀ ਬਣਾਇਆ। ਭਰਤਰੀ ਇੱਕ ਰਾਜਾ ਸੀ। ਇਸੇ ਤਰ੍ਹਾਂ ਅਨੇਕਾਂ ਰਾਜੇ ਸਨ ਜਿਹੜੇ ਗੋਰਖਨਾਥ ਨੇ ਆਪਣੇ ਚੇਲੇ ਬਣਾਏ। ਤੇ ਕਿਉਂ ਮੁੰਦਰਾ ਪਾਉਂਦੇ ਸਨ? ਕੰਨ ਪਾੜ ਕੇ ਤੇ ਮੁੰਦਰਾ ਪਾ ਦੇਣੀਆਂ ਕਿ ਆਪਣੇ ਘਰੇ ਨਾ ਜਾਊਗਾ। ਕੇਸਾਂ ਦੀਆਂ ਜੜਾਵਾਂ ਬਣਾ ਦੇਣੀਆਂ, ਫਿਰ ਸਰੀਰ ਦੇ ਉੱਪਰ ਸੁਆਹ ਮਲ ਦੇਣੀ ਕਿ ਸ਼ਰਮ ਦੇ ਮਾਰੇ ਘਰੇ ਨਾ ਜਾਣਗੇ। ਜੇ ਘਰੇ ਜਾਣਗੇ ਪਰਿਵਾਰ ਤੇ ਸ਼ਰੀਕਾ ਭਾਈਚਾਰਾ ਮਖੌਲ ਕਰੂਗਾ ਕਿ ਕੰਨ ਪਾੜ ਕੇ ਹੁਣ ਘਰੇ ਆ ਗਿਆ। ਆ ਸੋਹਣੇ ਕੇਸ ਸੀ, ਇਹਨਾਂ ਦੀਆਂ ਜੜਾਵਾਂ ਬਣਾ ਲਈਆਂ। ਕੱਲ ਤੈਨੂੰ ਮੈਂ ਵੇਖਿਆ ਸੀ ਤੇਰੇ ਮਾਥੇ ਤੇ ਸਾਰੇ ਸਰੀਰ ਤੇ ਸੁਆਹ ਲੱਗੀ ਸੀ, ਆਹ ਕੰਮ ਕਰਦਾ ਰਿਹਾ। ਗੁਰਮੁਖੋ ਸ਼ਰਮ ਜਿਹੜੀ ਮਾੜੇ ਕੰਮਾਂ ਵੱਲੋਂ ਸ਼ਰਮ ਕਰਨੀ ਆ, ਇਹ ਜੋਗੀ ਲੋਕੋ ਅਸੀਂ ਵਿਰਾਗ ਧਾਰਨ ਕੀਤਾ। ਤੇ ਪਤ ਨਾਮ ਆ ਇੱਜ਼ਤ ਦਾ। ਜਿਹੜਾ ਤੁਹਾਡੇ ਕੋਲੇ ਠੂਠਾ ਜਾਂ ਚਿੱਪੀ ਹੁੰਦੀ ਆ, ਅਸੀਂ ਜਿਹੜੀ ਇੱਜ਼ਤ ਪ੍ਰਾਪਤ ਕੀਤੀ ਪਰਮੇਸ਼ਰ ਦੀ ਦਰਗਾਹ ਦੇ ਵਿੱਚੋਂ, ਇਹ ਆਪਣੇ ਹੱਥ ਦੇ ਵਿੱਚ ਠੂਠਾ ਤੇ ਚਿੱਪੀ ਫੜੀ ਆ। ਤੇ ਫਿਰ
ਝੋਲੀ ਕਿਹੜੀ ਆ? ਸੱਚੇ ਪਾਤਸ਼ਾਹ ਝੋਲੀ ਵੀ ਚਾਹੀਦੀ ਆ, ਮੋਢੇ ਤੇ ਜੋਗ ਮਤ ਦੀ ਨਿਸ਼ਾਨੀਆਂ। ਜਿਹੜਾ ਪਰਮੇਸ਼ਰ ਦੇ ਨਾਲ ਧਿਆਨ ਜੋੜਦਾ, ਸੰਸਾਰ ਤੇ ਵਿਕਾਰਾਂ ਵੱਲੋਂ ਆਪਣੀ ਬਿਰਤੀ ਨੂੰ ਜੋੜ ਤੋੜ ਕਰਕੇ ਤੇ ਪਰਮੇਸ਼ਰ ਦੇ ਨਾਲ ਆਪਣੇ ਧਿਆਨ ਨੂੰ ਜੋੜਨਾ, ਇਹ ਸਿੱਧ ਲੋਕੋ, ਇਹ ਜੋਗੀ ਲੋਕੋ, ਅਸੀਂ ਮੋਢੇ ਤੇ ਝੋਲੀ ਪਾਈ ਆ। ਤੇ ਫਿਰ ਸੱਚੇ ਪਾਤਸ਼ਾਹ ਅੱਗੇ ਕਥਨ ਕਰਦੇ ਆ, ਕੀ ਕਰੇ ਬਭੂਤ। ਤੇ ਫਿਰ ਅਸੀਂ ਆਪਣੇ ਤਨ ਦੇ ਉੱਪਰ ਸਵਾਹ ਕਾਦੀ ਲਾਉਣੀ ਆ? ਇਹ ਜੋਗੀ ਲੋਕੋ, ਅਸੀਂ ਸੰਤੋਖ ਦੀਆਂ ਮੁੰਦਰਾਂ ਪਾਈਆਂ, ਸ਼ਰਮ ਦਾ ਅਸੀਂ ਵਿਰਾਗ ਧਾਰਨ ਕੀਤਾ, ਪੱਤ ਦਾ ਅਸੀਂ ਇੱਜ਼ਤ ਦਾ ਭਾਂਡਾ ਪਰ ਆਪਣੇ ਹੱਥ ਵਿੱਚ ਫੜਿਆ। ਤੇ ਜਿਹੜਾ ਪਰਮੇਸ਼ਰ ਦੇ ਨਾਲ ਅਸੀਂ ਧਿਆਨ ਲਾਇਆ, ਇਹ ਮੋਢੇ ਦੇ ਉੱਪਰ ਝੋਲੀ ਪਾਈ ਆ। ਤੇ ਜਿਹੜੇ ਜੋਗੀ ਲੋਕ ਹੁੰਦੇ ਆ, ਜਿਸ ਤਰ੍ਹਾਂ ਗੁਰਸਿੱਖ ਅੰਮ੍ਰਿਤ ਵੇਲੇ ਇਸ਼ਨਾਨ ਕਰਦਾ, ਇਸ਼ਨਾਨ ਕਰਕੇ ਮੁੜ ਕੇ ਕੱਪੜੇ ਪਹਿਨਣ ਦਾ ਨਿਤਨੇਮ ਕਰਦਾ, ਤੇ ਜੋਗੀ ਵੀ ਇਸੇ ਤਰ੍ਹਾਂ ਇਸ਼ਨਾਨ ਕਰਦੇ ਆ। ਇਸ਼ਨਾਨ ਕਰਕੇ ਫਿਰ ਆਪਣੇ ਸਾਰੇ ਸਰੀਰ ਦੇ ਉੱਪਰ ਏਰਣ ਗੋਏ ਹੁੰਦੇ ਆ। ਇੱਕ ਤਾਂ ਹੁੰਦੇ ਨੇ ਘਰਾਂ ਦੇ ਵਿੱਚ ਪਸ਼ੂਆਂ ਦਾ ਗੋਹਾ, ਇਹ ਆਮ ਗੋਹਾ ਹੁੰਦਾ। ਇੱਕ ਹੁੰਦਾ ਏਰਣ ਗੋਹੇ। ਉਹ ਕਿਹੜੇ? ਜਦੋਂ ਪਸ਼ੂ ਬਾਹਰ ਚਰਨ ਵਾਸਤੇ ਜਾਂਦੇ ਤੇ ਜਿਹੜਾ ਬਾਹਰ ਖੇਤਾਂ ਵਿੱਚ ਗੋਹਾ ਕਰਦੇ ਨਾ, ਉਹਨੂੰ ਕਹਿੰਦੇ ਏਰਣ ਗੋਹਾ। ਘਰ ਦਾ ਗੋਹਾ ਨਹੀਂ। ਜਦੋਂ ਪਸ਼ੂ ਖੇਤਾਂ ਵਿੱਚ ਚਰਨ ਜਾਂਦੇ ਆ ਨਾ, ਜਿਹੜਾ ਖੇਤਾਂ ਵਿੱਚ ਪੈਲੀਆਂ ਵਿੱਚ ਪਸ਼ੂ ਗੋਹਾ ਕਰਦੇ ਆ, ਉਹਨੂੰ ਕਹਿੰਦੇ ਏਰਣ ਗੋਹਾ। ਉਹ ਗੋਹੇ ਇਕੱਠੇ ਕਰਕੇ ਤੇ ਗੁਰਮੁਖੋਂ ਨੂੰ ਸਾੜਦੇ ਆ। ਸਾੜ ਕਰਕੇ ਫਿਰ ਕੱਪੜ ਛਾਣ ਕਰਦੇ ਆ। ਕੱਪੜ ਛਾਣ ਕਰਕੇ ਆਪਣੇ ਸਿਰ ਦੇ ਵਿੱਚ ਸੁਆਹ ਪਾਉਂਦੇ ਆ, ਆਪਣੇ ਮੱਥੇ ਤੇ ਸੁਆਹ ਲਾਉਂਦੇ ਆ, ਮੂੰਹ ਤੇ ਸੁਆਹ ਲਾਉਂਦੇ ਆ। ਜਿੰਨੇ ਵੀ ਸਰੀਰ ਦੇ ਅੰਗ ਹੁੰਦੇ ਆ, ਸਾਰੇ ਦੇ ਉੱਪਰ ਸੁਆਹ ਲਾਉਂਦੇ ਆ। ਤੇ ਜਦੋਂ ਕਿਸੇ ਨੂੰ ਆਪਾਂ ਗੁੱਸੇ ਦੇ ਨਾਲ ਕੋਈ ਗੱਲ ਕਹਿਣੀ ਹੋਵੇ ਤੇ ਆਪਾਂ ਕਹਿ ਦਿੰਦੇ ਕਿ ਤੇਰੇ ਸਿਰ 'ਚ ਸੁਆਹ ਪਾਈ ਸੀ। ਇਹ ਮਤ ਕੀ ਆ ਜਿਹੜਾ ਆਪਣੇ ਆਪ ਸਿਰ ਵਿੱਚ ਸੁਆਹ ਪਾ ਲੈਂਦਾ? ਆਮ ਤੌਰ ਤੇ ਤੁਸੀਂ ਗੁਰਮੁਖੋ ਸ਼ਹਿਰਾਂ, ਪਿੰਡਾਂ, ਕਸਬਿਆਂ ਵਿੱਚ ਪਖੰਡੀ ਲੋਕਾਂ ਨੂੰ ਦੇਖਿਆ ਹੋਣਾ ਹੈ। ਮੈਂ ਵੀ ਕਈਆਂ ਥਾਵਾਂ ਤੇ ਜਾ ਕਰਕੇ ਦੇਖਿਆ, ਉਹਨਾਂ ਦੇ ਕੋਲ ਕਿੱਡੇ ਕਿੱਡੇ ਵੱਡੇ ਭਾਂਡੇ ਹੁੰਦੇ ਆ, ਜਿਹੜੇ ਸੁਆਹ ਦੇ ਨਾਲ ਭਰੇ ਹੁੰਦੇ ਆ। ਤੇ ਉਹਨੂੰ ਕੀ ਕਹਿ ਦਿੰਦੇ? ਰਾਖ ਜਾਂ ਭੂਤ ਹੈ। ਗੋਹਾ ਨਾ ਬਦਲ ਦੇਣਾ। ਤੇ ਫਿਰ ਜਿਹੜੇ ਉਹਨਾਂ ਦੇ ਕੋਲੇ ਲੋਕ ਆਉਂਦੇ ਆ ਤੇ ਉਹਨਾਂ ਨੂੰ ਪੁੜੀਆਂ ਬੰਨ ਬੰਨ ਕੇ ਦਿੰਦੇ ਆ ਕਿ ਆ ਜਿਹੜੀ ਸੁਆਹ, ਇਹਦੇ ਨਾਲ ਸਾਰੇ ਟੱਬਰ ਨੇ ਨਹਾਉਣਾ ਹੈ, ਪਾਣੀ 'ਚ ਪਾ ਕਰਕੇ ਨਹਾਉਣਾ ਹੈ। ਆ ਜਿਹੜੀ ਸੁਆਹ ਦੀ ਪੁੜੀ, ਇਹਨੂੰ ਪਾਣੀ 'ਚ ਘੋਲ ਕੇ ਤੇ ਆਪਣੇ ਖੇਤ ਵਿੱਚ ਛੱਟਾ ਦੇਣਾ, ਤੇਰੀ ਫਸਲ ਬੜੀ ਹੋਊਗੀ। ਗੁਰਮੁਖੋ, ਫਸਲ ਤੇ ਮਿਹਨਤ ਨਾਲ ਹੋਣੀ ਆ, ਗੋਹੇ ਦੀ ਪੁੜੀ ਨਾਲ ਨਹੀਂ ਹੋਣੀ। ਇੱਕ ਪੁੜੀ ਫਿਰ ਵੱਖਰੀ ਦਿੰਦੇ ਆ ਕਿ ਇਹ ਪੁੜੀ ਤੁਸੀਂ ਸਾਰੇ ਟੱਬਰ ਨੇ ਖਾਣੀ ਆ। ਉਹ ਤੁਹਾਡਾ ਬੇੜਾ ਤਰਜੇ ਹੈ ਪਸ਼ੂਆਂ ਦਾ ਗੋਹਾ। ਸਾਡੇ ਕਿੱਡੇ ਲੋਕ ਮੂਰਖ ਆ, ਓਏ ਉਹਨਾਂ ਪਖੰਡੀ ਬਾਬਿਆਂ ਦਾ ਗੋਹਾ ਵਿਕਦਾ ਤੇ ਕਿਸੇ ਤੋਂ 1000 ਲੈਂਦੇ, ਕਿਸੇ ਤੋਂ 15, ਕਿਸੇ ਤੋਂ 5000, ਕਿਸੇ ਤੋਂ 7000 ਲੈਂਦੇ ਆ। ਤੇ ਅਸੀਂ ਲੋਕ ਪੈਸੇ ਦੇ ਕੇ ਉਹਨਾਂ ਦਾ ਗੋਹਾ ਖਾਂਦੇ ਆ। ਪਸ਼ੂ ਨਖਿੱਧ ਜਾਤ ਆ। ਗੁਰਮੁਖੋ, ਪਸ਼ੂ ਆਪਣਾ ਗੋਹਾ ਕਦੇ ਨਹੀਂ ਖਾਂਦਾ। ਤੇ ਤੇਜ ਤਰਾਰ ਬੁੱਧੀ ਵਾਲਾ ਪੜਿਆ ਲਿਖਿਆ ਇਨਸਾਨ ਕਿਸੇ ਚੇਲੇ ਪਖੰਡੀ ਕੋਲੋਂ ਮੁੱਲ ਲਿਆ ਕੇ ਗੋਹਾ ਖਾਂਦਾ। ਮੁੱਲ ਲਿਆ ਕੇ ਗੋਹਾ ਉਹਨੂੰ ਘੋਲ ਕੇ ਪਾਣੀ ਵਿੱਚ ਨਹਾਉਂਦਾ। ਤੇ ਗੁਰਮੁਖੋ, ਇਹ ਕੋਈ ਜ਼ਿੰਦਗੀ ਦਾ ਕੋਈ ਚੰਗਾ ਅਸੂਲ ਥੋੜਾ। ਪਹਿਲਾਂ ਨਹਾਉਣਾ, ਕੇਸਾਂ 'ਚ ਸੁਆਹ ਪਾਉਣੀ, ਜਟਾਵਾਂ ਬਣਾਉਣੀਆਂ। ਤੇ ਸੱਚੇ ਪਾਤਸ਼ਾਹ ਨੇ ਤੇ ਸਾਨੂੰ ਸਮਝਾਇਆ, ਸਾਡੇ ਸਿੱਖ ਨੇ ਕਦੇ ਦਾੜੇ ਤੇ ਕੇਸਾਂ ਦੀਆਂ ਜੜਾਵਾਂ ਨਹੀਂ ਵੱਜਣ ਦੇਣੀਆਂ। ਕੀ ਕਰਨਾ? ਕੰਘਾ ਦੋਨੋਂ ਵਕਤ ਕਰ, ਦੋਨੇ ਟਾਈਮ ਕੇਸਾਂ ਵਿੱਚ ਕੰਘਾ ਕਰਨਾ। ਤੇ ਗੁਰਮੁਖੋ, ਜਿਹੜਾ ਦੋਵੇਂ ਟਾਈਮ ਕੇਸਾਂ ਵਿੱਚ ਕੰਘਾ ਕਰੂਗਾ, ਉਹਦੀਆਂ ਜੜਾਵਾਂ ਨਹੀਂ ਵੱਜਣਗੀਆਂ। ਤੇ ਜਦੋਂ ਕੇਸਾਂ ਵਿੱਚ ਕੰਘਾ ਹੀ ਨਹੀਂ ਕਰਨਾ,
ਸਾਲ 6 ਮਹੀਨੇ 2 ਮਹੀਨੇ ਕੰਗਾ ਨਾ ਕਰੋਗੇ ਤੂੰ ਆਪਣੇ ਆਪ ਜੜਾਵਾਂ ਵੱਜ ਜਾਣੀਆਂ। ਕੰਗਾ ਦੋਨੋਂ ਵਕਤ ਕਰ ਪਾਗ ਚੁਨੈ ਕਰ ਬੰਧਈ। ਤੇ ਪੱਗ ਨੂੰ ਕਦੇ ਮਾਵਾ ਜਾਂ ਪਿੰਨਾ ਲਾ ਕਰਕੇ ਨਹੀਂ ਬੰਨਣਾ। ਕਿ ਕਈ ਵਾਰ ਤੇ ਇਉਂ ਲੋਕ ਕਰਦੇ ਆ, ਇੱਕ ਵਾਰ ਪੱਗ ਬੰਨ ਲਈ ਮਾਵਾ ਲਾ ਕੇ ਤੇ 3-3 ਮਹੀਨੇ ਉਹਨੂੰ ਖੋਲਦੇ ਨਹੀਂ। ਸਿੱਖ ਨੇ ਇਸ ਤਰ੍ਹਾਂ ਨਹੀਂ ਕਰਨਾ। ਪਾਗ ਚੁਨੈ ਕਰ ਬੰਧਈ, ਇੱਕ ਇੱਕ ਪੇਜ ਕਰਕੇ ਪੱਗ ਨੂੰ ਦਸਤਾਰ ਨੂੰ ਬੰਨਣਾ। ਦਾਤਣ ਨੀਤ ਕਰੇ। ਤੇ ਸਾਡੇ ਲੋਕਾਂ ਦੇ ਕੋਲੇ ਦਾਤਣ ਤੇ ਛੱਡਤੀ, ਹੁਣ ਬੁਰਸ਼ ਕਰਨ ਲੱਗ ਪਏ ਅਸੀਂ। ਸੱਚੇ ਪਾਤਸ਼ਾਹ ਨੇ ਸਾਨੂੰ ਦਾਤਣ ਕਰਨ ਵਾਸਤੇ ਕਿਹਾ। ਕੰਗਾ ਦੋਨੋਂ ਵਕਤ ਕਰ, ਇਹ ਕਲਗੀਧਰ ਪਾਤਸ਼ਾਹ ਦੀ ਰਹਿਤਨਾਮਿਆਂ ਦੇ ਬਚਨ ਆ। ਕੰਗਾ ਦੋਨੋਂ ਵਕਤ ਕਰ ਪਾਗ ਚੁਨੈ ਕਰ ਬੰਧਈ, ਦਾਤਨ ਨੀਤ ਕਰੈ। ਤੇ ਜਿਹੜਾ ਇਹ ਰਹਿਤ ਮਰਜ਼ਾਦਾ ਰੱਖਦਾ ਉਹਨੂੰ ਮਿਲਦਾ ਕੀ ਆ? ਨਾ ਦੁੱਖ ਪਾਵੇ ਲਾਲ ਜੀ। ਇਹ ਭਾਈ ਨੰਦ ਲਾਲ ਜੀ ਜਿਹੜਾ ਇਹ ਰਹਿਤ ਮਰਜ਼ਾਦਾ ਰੱਖੂਗਾ ਉਹਨੂੰ ਕਦੇ ਦੁੱਖ ਪ੍ਰਾਪਤ ਨਹੀਂ ਹੁੰਦਾ। ਸਿੱਧ ਲੋਕੋ, ਅਸੀਂ ਸਵਾਹ ਕੀ ਤਨ ਤੇ ਪਾਉਣੀਆਂ, ਕੇਸਾਂ ਵਿੱਚ ਜੜਾਵਾਂ ਦੀਆਂ ਕੀ ਬਣਾਉਣੀਆਂ। ਇਹ ਸਿੱਧ ਲੋਕੋ, ਜੋਗੀ ਲੋਕੋ, ਅਸੀਂ ਯੋਗ ਮਤ ਨੂੰ ਧਾਰਨ ਕੀਤਾ। ਤੇ ਸਿੱਧਾਂ ਨੇ ਦੁਆਰਾ ਸਵਾਲ ਕੀਤਾ ਕਿ ਸੱਚੇ ਪਾਤਸ਼ਾਹ ਤੁਸੀਂ ਤੇ ਇੱਕ ਮੁੰਦਰਾ ਦਾ ਜ਼ਿਕਰ ਕੀਤਾ, ਪਰ ਜੋਗੀ ਤੇ 2 ਮੁੰਦਰਾ ਪਾਉਂਦੇ ਆ। ਜੋਗੀ ਦੋਨਾਂ ਕੰਨਾਂ ਵਿੱਚ 2 ਮੁੰਦਰਾ ਪਾਉਂਦੇ ਆ। ਤੇ ਸੱਚੇ ਪਾਤਸ਼ਾਹ ਨੇ ਦੁਬਾਰਾ ਇਸੇ ਪੰਕਤੀ ਦਾ ਮੁੰਦਾ ਸੰਤੋਖ ਸ਼ਰਮ, ਇੱਕ ਤੇ ਅਸੀਂ ਸੰਤੋਖ ਦੀ ਮੁੰਦਰਾ ਪਾਈ ਆ। ਮਾੜੇ ਕਰਮ ਕਰਨ ਤੋਂ ਜਿਹੜੀ ਸ਼ਰਮ ਧਾਰਨ ਕਰਨੀ ਹੈ, ਸ਼ਰਮ ਦੀ ਤੇ ਸੰਤੋਖ ਦੀਆਂ ਅਸੀਂ 2 ਆਪਣੇ ਦੋਨਾਂ ਕੰਨਾਂ ਵਿੱਚ ਮੁੰਦਰਾ ਪਾਈਆਂ ਹਨ। ਪਤ ਝੋਲੀ, ਫਿਰ ਇੱਜ਼ਤ ਦੀ ਪਤ ਦੀ। ਪਤ ਨਾਮ ਹੈ ਪਰਮੇਸ਼ਰ ਦਾ, ਪਤ ਨਾਮ ਹੈ ਇੱਜ਼ਤ ਦਾ। ਪਰਮੇਸ਼ਰ ਦੀ, ਪਰਮੇਸ਼ਰ ਵੱਲੋਂ ਜਿਹੜੀ ਸਾਨੂੰ ਇੱਜ਼ਤ ਮਿਲੀ ਆ, ਇਹ ਅਸੀਂ ਮੋਢੇ ਦੇ ਉੱਪਰ ਝੋਲੀ ਪਾਈ ਹੈ। ਧਿਆਨ ਕੀ ਕਰਹਿ ਵਿਭੂਤ, ਜਿਹੜਾ ਪਰਮੇਸ਼ਰ ਦੇ ਚਰਨ ਕਮਲਾਂ ਦੇ ਨਾਲ ਧਿਆਨ ਜੋੜਨਾ, ਇਹ ਅਸੀਂ ਆਪਣੇ ਤਨ ਦੇ ਉੱਪਰ ਸਵਾਹ ਪਾਈ ਹੋਈ ਹੈ। ਖਿੰਥਾ ਕਾਲ ਕੁਵਾਰੀ ਕਾਇਆ। ਫਿਰ ਜੋਗੀ ਲੋਕ ਆਪਣੇ ਤਨ ਦੇ ਉੱਪਰ ਖਿੰਥਾ ਪਾਉਂਦੇ ਆ। ਜਿਵੇਂ ਆਪਾਂ ਚੋਲਾ ਪਾਉਣੇ ਆ ਨਾ, ਉਹ ਖਿੰਥਾ ਪਾਉਂਦੇ ਆ ਜਾਂ ਖਫਣੀ ਪਾਉਂਦੇ ਆ, ਜਾਂ ਉਹਨੂੰ ਗੋਦੜੀ ਵੀ ਕਹਿੰਦੇ ਆ। ਕਾਲ ਕੁਵਾਰੀ ਕਾਇਆ, ਖਿੰਥਾ ਕਾਲ ਕੁਵਾਰੀ ਕਾਇਆ। ਆ ਜਿਹੜਾ ਸਾਡਾ ਸਰੀਰ ਆ ਨਾ, ਇਹੀ ਇੱਕ ਖਿੰਥਾ ਹੈ ਜਿਹੜਾ ਕਾਲ ਦੇ ਵਸ ਨਹੀਂ ਪੈਣਾ, ਕਾਲ ਤੋਂ ਮੁਕਤ ਹੋ ਕਰਕੇ ਜਾਣਾ। ਦੁਆਰਾ ਜੰਮ ਕੇ ਆਉਣਾ ਨਹੀਂ ਤੇ ਮਰ ਕਰਕੇ ਪਰਲੋਕ ਨੂੰ ਜਾਣਾ ਨਹੀਂ। ਸਿੱਧ ਲੋਕੋ, ਇਹ ਅਸੀਂ ਆਪਣੇ ਤਨ ਦੇ ਉੱਪਰ ਖਿੰਥਾ ਧਾਰਨ ਕੀਤੀ ਹੈ। ਜੁਗਤ ਡੰਡਾ ਪ੍ਰਤੀਤ, ਸੱਚੇ ਪਾਤਸ਼ਾਹ ਤੁਹਾਡੇ ਹੱਥ ਵਿੱਚ ਡੰਡਾ ਕਿਹੜਾ? ਜਿਹੜੀਆਂ ਪਰਮੇਸ਼ਰ ਦੇ ਨਾਲ ਜੁੜਨ ਦੀਆਂ ਜੁਗਤੀਆਂ ਨੇ। ਜੁਗਤ ਡੰਡਾ ਪ੍ਰਤੀਤ, ਪ੍ਰਤੀਤ ਨਾਮ ਹੈ ਭਰੋਸੇ ਦਾ। ਤੇ ਜਿਹੜਾ ਪਰਮੇਸ਼ਰ ਦੇ ਉੱਪਰ ਭਰੋਸਾ ਧਾਰਨ ਕਰਨਾ, ਵਿਸ਼ਵਾਸ ਰੱਖਣਾ, ਸ਼ਰਧਾ ਧਾਰਨ ਕਰਨੀ ਆ, ਇਹ ਅਸੀਂ ਆਪਣੇ ਹੱਥ ਦੇ ਵਿੱਚ ਡੰਡਾ ਫੜਿਆ ਹੈ। ਆਈ ਪੰਥੀ ਸਗਲ ਜਮਾਤੀ, ਜੋਗੀ ਮਤ ਦੇ ਵਿੱਚ ਸਾਰਿਆਂ ਤੋਂ ਉੱਤਮ ਮਤ ਆਈ ਪੰਥ ਸਮਝਿਆ ਜਾਂਦਾ ਹੈ। ਤੇ ਸੱਚੇ ਪਾਤਸ਼ਾਹ ਤੁਹਾਡੇ ਮਤ ਵਿੱਚ ਕੀ ਆ? ਕਿਹੜਾ ਉੱਤਮ ਪੰਥ ਆ? ਆਈ ਪੰਥੀ ਸਗਲ ਜਮਾਤੀ। ਤੇ ਜਿੰਨੇ ਵੀ ਪਰਮੇਸ਼ਰ ਨੇ ਇਹ ਜੀਵ ਜੰਤੂ ਪੈਦਾ ਕੀਤੇ ਆ ਨਾ, ਇਹ ਸਾਡਾ ਆਈ ਮਤ ਆ। ਆਈ ਮਤ ਕਿਉਂ ਸੀ? ਗੋਰਖਨਾਥ ਦੇ ਕੋਲ ਗੁਰਮਖੋ ਆਈ ਨਾਮ ਦੀ ਇੱਕ ਬੀਬੀ ਆਈ ਸੀ। ਉਹਨੇ ਬੇਨਤੀ ਕੀਤੀ ਕਿ ਨਾਥ ਜੀ, ਮੈਂ ਤੁਹਾਡੇ ਨਾਲ ਸ਼ਾਦੀ ਕਰਾਉਣੀ ਆ। ਗੋਰਖਨਾਥ ਨੇ ਉਸ ਬੀਬੀ ਦੇ ਬਚਨਾਂ ਨੂੰ ਸੁਣ ਕੇ ਕਿਹਾ, ਬੀਬੀ ਮੈਂ ਤਾਂ ਜਤੀ ਆ, ਮੈਂ ਤੇ ਗ੍ਰਸਤੀ ਨਹੀਂ ਹੋਣਾ, ਮੈਂ ਤੇ ਜਤ ਰੱਖਿਆ। ਤੇ ਉਸ ਬੀਬੀ ਨੇ ਬੇਨਤੀ ਕੀਤੀ ਕਿ ਮੇਰੀ ਇੱਛਾ ਹੈ ਕਿ ਤੁਹਾਡੇ ਤੋਂ ਮੇਰੇ ਘਰ ਵਿੱਚ ਸੰਤਾਨ ਪੈਦਾ ਹੋਵੇ। ਗੋਰਖਨਾਥ ਨੇ ਇਸ ਬੀਬੀ ਦੀਆਂ ਬੇਨਤੀਆਂ ਜਾਂ ਮਿੰਨਤ ਜਾਂ ਉਹਦੀਆਂ ਗੱਲਾਂ ਨੂੰ ਸੁਣ ਕਰਕੇ ਕਿਹਾ, ਬੀਬੀ ਨਾ ਤਾਂ ਮੈਂ ਗ੍ਰਸਤੀ ਹੋਣਾ ਤੇ ਨਾ ਤੇਰੇ ਨਾਲ ਕੋਈ ਸੰਬੰਧ ਬਣਾ ਸਕਦਾ, ਪਰ ਤੇਰੇ ਨਾਮ ਤੋਂ ਇੱਕ ਅਸੀਂ ਪੰਥ ਚਲਾ ਦੇਨੇ ਜਿਹੜਾ ਸਾਰਿਆਂ ਤੋਂ ਉੱਤਮ ਹੋਊਗਾ ਤੇ ਵੱਡਾ ਹੋਊਗਾ। ਜੋਗੀ ਮਤ ਦੇ ਵਿੱਚ ਜਿਹੜਾ ਆਈ ਪੰਥ ਆ, ਉਹਨੂੰ ਸਾਰਿਆਂ ਤੋਂ ਉੱਚਾ ਤੇ ਸੁੱਚਾ ਤੇ ਪਵਿੱਤਰ ਮੰਨਿਆ ਜਾਂਦਾ ਹੈ।
ਤੇ ਸੱਚੇ ਪਾਤਸ਼ਾਹ ਸਮਝਾਉਂਦੇ ਆ, ਆਈ ਪੰਥੀ ਸਗਲ ਜਮਾਤੀ, ਜਿੰਨੇ ਵੀ ਛੋਟੇ ਜਾਂ ਗਰੀਬ ਅਮੀਰ, ਜਿੰਨੀਆਂ ਵੀ ਜਾਤੀਆਂ, ਜਿੰਨੀਆਂ ਸ਼੍ਰੇਣੀਆਂ, ਸਾਰੀਆਂ ਪਰਮੇਸ਼ਰ ਨੇ ਪੈਦਾ ਕੀਤੀਆਂ। ਇਹ ਸਾਡਾ ਇੱਕ ਆਈ ਮਤ ਸਾਰਿਆਂ ਤੋਂ ਉੱਤਮ ਹੈ। ਮਨ ਜੀਤੈ ਜਗ ਜੀਤ। ਤੇ ਸੱਚੇ ਪਾਤਸ਼ਾਹ ਜਦੋਂ ਜੋਗ ਮਤ ਨੂੰ ਧਾਰਨ ਕਰੋਗੇ ਨਾ ਤੇ ਤੁਹਾਨੂੰ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਹੋਵੇਗੀ। ਉਹਨਾਂ ਰਿੱਧੀਆਂ ਸਿੱਧੀਆਂ ਦੇ ਨਾਲ ਤੁਸੀਂ ਸਾਰੇ ਸੰਸਾਰ ਦੇ ਉੱਪਰ ਜਿੱਤ ਪ੍ਰਾਪਤ ਕਰੋਗੇ। ਤੇ ਸੱਚੇ ਪਾਤਸ਼ਾਹ ਨੇ ਸਾਨੂੰ ਸਾਰਿਆਂ ਨੂੰ ਇੱਕ ਸਾਂਝੀ ਸਿੱਖਿਆ ਦਿੱਤੀ ਆ, ਕਿਸੇ ਤੇ ਜਿੱਤ ਪ੍ਰਾਪਤ ਕਰਨ ਦੇ ਨਾਲ ਬੰਦਾ ਜੇਤੂ ਨਹੀਂ ਬਣਦਾ। ਜੇਤੂ ਕਿਵੇਂ ਬਣਦਾ? ਮਨ ਜੀਤਾ। ਪਰਮੇਸ਼ਰ ਦੀ ਕਿਰਪਾ ਦੇ ਨਾਲ ਮਨ ਨੂੰ ਜਿੱਤਣ ਦਾ ਯਤਨ ਕਰੇ। ਜਿਸ ਬੰਦੇ ਨੇ ਆਪਣੇ ਮਨ ਨੂੰ ਜਿੱਤ ਲਿਆ, ਜਗ ਜੀਤ ਸਮਝੋ ਪਿਓ ਨੇ ਸਾਰੇ ਜਗ, ਸਾਰੇ ਸੰਸਾਰ ਦੇ ਉੱਪਰ ਮਨ ਨੂੰ ਜਿੱਤ ਕਰਕੇ ਜਿੱਤ ਪ੍ਰਾਪਤ ਕੀਤੀ ਹੈ। ਆਦੇਸ ਤਿਸੈ ਆਦੇਸ। ਤੇ ਫਿਰ ਜੋਗੀਆਂ ਦੇ ਜਿਹੜੇ ਈਸ਼ਰ ਵੱਡੇ ਜੋਗੀ ਹੁੰਦੇ ਆ, ਉਹਨਾਂ ਨੂੰ ਨਮਸਕਾਰ ਕਰਦੇ ਆ। ਜੋਗੀ ਮਤ ਦੇ ਦੁਆਰਾ ਆਦੇਸ਼ ਕਿਹਾ ਜਾਂਦਾ ਹੈ। ਤੇ ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਇਆ, ਆਦੇਸ਼ ਸਾਡੀ ਨਮਸਕਾਰ ਕੀਨੂੰ ਆ? ਤਿਸੈ ਆਦੇਸ਼, ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨ ਕਮਲਾਂ ਪਾਸ ਸਾਡੀ ਨਮਸਕਾਰ ਹੈ। ਆਦ ਅਨੀਲ ਅਨਾਦ ਅਨਾਹਤ। ਆਦ ਕਹਿੰਦੇ ਮੁੱਢ ਨੂੰ, ਪਰਮੇਸ਼ਰ ਸਾਰਿਆਂ ਦਾ ਮੁੱਢ ਆ। ਜਿਸ ਤਰ੍ਹਾਂ ਇੱਕ ਦਰਖਤ ਦਾ ਬੂਟੇ ਦਾ ਮੁੱਢ ਹੁੰਦਾ ਹੈ ਤੇ ਉਹਦੇ ਤੋਂ ਅੱਗੇ ਟਾਹਣੇ ਬਣਦੇ ਆ, ਟਾਹਣੇ ਤੋਂ ਛੋਟੀਆਂ ਟਾਹਣੀਆਂ ਬਣਦੀਆਂ, ਟਾਹਣੀਆਂ ਤੋਂ ਅੱਗੇ ਪੱਤੇ ਤੇ ਪੱਤਿਆਂ ਤੋਂ ਅੱਗੇ ਫੁੱਲ ਤੇ ਫੁੱਲਾਂ ਤੋਂ ਅੱਗੇ ਫਲ ਬਣਦੇ ਆ। ਇਸੇ ਤਰ੍ਹਾਂ ਜਿਹੜਾ ਅਕਾਲ ਪੁਰਖ ਵਾਹਿਗੁਰੂ ਆ, ਉਹ ਸਾਰਿਆਂ ਦਾ ਆਦ ਮੁੱਢ ਆ। ਆਦ ਅਨੀਲ, ਉਹਦੀ ਕੋਈ ਗਿਣਤੀ ਨਹੀਂ। ਅਨਾਦ, ਉਹ ਅਨਾਦੀ ਆ। ਅਨਾਹਤ, ਉਸ ਅਕਾਲ ਪੁਰਖ ਵਾਹਿਗੁਰੂ ਦੀ ਕੋਈ ਵੀ ਹੱਦ ਨਹੀਂ, ਉਹ ਸਾਰਿਆਂ ਦਾ ਮੁੱਢ ਰੂਪ ਹੈ। ਜੁਗ ਜੁਗ ਏਕੋ ਵੇਸ। ਤੇ ਜੁਗਾਂ ਜਗੰਤਰਾਂ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਨੇ ਇੱਕੋ ਹੀ ਆਪਣਾ ਵੇਸ ਧਾਰਨ ਕੀਤਾ। ਉਹ ਉਸ ਵੇਸ ਨੂੰ ਛੱਡ ਕਰਕੇ ਕਦੇ ਵਾਸਤੇ ਬਦਲਦਾ ਨਹੀਂ। ਇਹ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦਾ ਸਦਕਾ ਆਪਾਂ ਸਾਰਿਆਂ ਨੇ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕੀਤੀ ਹੈ। ਦਾਸ ਪਾਸੋਂ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਕਰਦਿਆਂ ਏਕ ਨਹੀਂ ਅਨੇਕ ਹੀ ਪ੍ਰਕਾਰ ਦੀਆਂ ਭੁੱਲਾਂ ਤਰੁੱਟੀਆਂ ਬੇਅੰਤ ਜ਼ਰੂਰ ਹੋਈਆਂ ਹੋਣਗੀਆਂ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਅਤੇ ਗੁਰੂ ਕੀ ਖਾਲਸਾ ਸਾਧ ਸੰਗਤ ਨੇ ਹੋਈ ਭੁੱਲ ਚੁੱਕ ਦੀ ਖਿਮਾ ਬਖਸ਼ ਦੇਣੀ, ਅੱਗੇ ਵਾਸਤੇ ਸਮਤ ਬਖਸ਼ਣੀ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ। ਪੜ੍ਹੀ ਗੁਰਬਾਣੀ, ਕੀਰਤਨ, ਕਥਾ ਵਿਚਾਰ ਦਾ ਮਹਾਤਮ ਆਪਣੇ ਸਾਰੇ ਹੀ ਕਲਯੁਗ ਜੀਵਾਂ ਦੇ ਹਿਰਦਿਆਂ ਤੇ ਵਸਾਉਣ, ਤਾਂ ਕਿ ਆਪਣਾ ਸਾਰਿਆਂ ਦਾ ਇਹ ਲੋਕ ਸੁਖੀਏ ਪਰਲੋਕ ਸਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਦੀ ਦਾਤ ਨੂੰ ਆਪਾਂ ਸਾਰੇ ਪ੍ਰਾਪਤ ਕਰ ਸਕੀਏ ਜੀ। ਆਦੇਸ ਤਿਸੈ ਆਦੇਸ। ਆਦ ਅਨੀਲ ਅਨਾਦ ਅਨਾਹਤ। ਜੁਗ ਜੁਗ ਏਕੋ ਵੇਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।